ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੈਸਾਰ। ਮਨ ਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੈਸਾਰ। ਮਨ ਮੁਖ ਕਰਮ ਕਮਾਵਣੇ, ਹਉਮੈ ਅੰਧ ਗੁਬਾਰ। ਵਿਣ ਨਾਵੈ ਸਭ ਭਰਮ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ, ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ। ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਗੁਰਤਾ ਗੱਦੀ ਤੇ ਬਿਰਾਜਮਾਨ। ਹਾਜ਼ਰ ਨਾਜ਼ਰ ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਨ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ। ਆਪ ਵੱਡਿਆਂ ਭਾਗਾਂ ਵਾਲੇ ਹੋ, ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਸ਼ਾਮ ਦੇ ਸੁੰਦਰ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲ ਆਪ ਜੀ ਨੇ ਬੜਾ ਹੀ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਲੜੀਵਾਰ ਕਥਾ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ, ਜੋ 646 ਅੰਗ ਤੇ ਚੱਲ ਰਹੀ ਹੈ। ਭਾਈ ਸਤਿਗੁਰੂ ਪਿਤਾ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪਵਿੱਤਰ ਉਪਦੇਸ਼ ਬਖਸ਼ਣਾ ਕਰੋ। ਸ਼ਲੋਕ ਮਹੱਲਾ ਤੀਜਾ। ਸਵੈ ਲੋਕ ਦੀ ਪ੍ਰਾਪਤੀ ਵਾਸਤੇ ਰਹਿਮਤਾਂ ਕਰਦੇ ਹਨ। ਤੀਜੇ ਪਾਤਸ਼ਾਹ ਭੱਲੇ ਅਮਰਦਾਸ, ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ। ਕੱਲ੍ਹ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਬਖਸ਼ਿਆ ਹੈ ਕਿ ਥਾਲੇ ਵਿੱਚ 3 ਵਸਤੂ ਪਈਓ, ਸੋ ਸਤ ਸੰਗਤ ਜੀ ਗੁਰੂ ਸਾਹਿਬ ਨੇ ਬਖਸ਼ਿਆ ਹੈ ਕਿ ਉਹ ਨਾਮ ਦਾ ਅੰਮ੍ਰਿਤ ਜਿਹੜਾ ਹੈ, ਭੋਜਨ ਸਾਰ ਜਿਹੜਾ ਗੁਰਸਿੱਖ ਛਕ ਲੈਂਦਾ ਹੈ, ਉਹਦੀ ਸਾਰੀ ਤ੍ਰਿਪਤੀ ਹੋ ਜਾਂਦੀ ਹੈ। ਤੋ ਇਸੇ ਤਰ੍ਹਾਂ ਅੱਜ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਰਹਿਮਤਾਂ ਕਰਦੇ ਹਨ, ਵਿਣ ਨਾਵੈ ਸਭ ਭਰਮ ਦੇ, ਨਿਤ ਜਗ ਟੋਟਾ ਸੈਸਾਰ। ਕਿਉਂਕਿ ਸੰਸਾਰ ਦੇ ਵਿੱਚ ਜੋ ਵੀ ਮਨੁੱਖ ਆਉਂਦਾ ਹੈ, ਸੋ ਸਤ ਸੰਗਤ ਜੀ ਆਉਂਦਾ ਤਾਂ ਪਰਮਾਤਮਾ ਭੇਜਦੇ ਹਨ। ਕਿਉਂਕਿ ਪ੍ਰਾਣੀ ਤੋਂ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ। ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਪੇਟ ਭਰੇ ਪਸ਼ੂਆ ਜੋ ਸੋਇਓ, ਮਾਨੁਖ ਜਨਮ ਹੈ ਹਾਰਿਓ। ਐਸੀ ਅਵਸਥਾ ਹੈ, ਛਕ ਲਿਆ ਸੌਂ ਲਿਆ, ਉੱਠ ਲਿਆ, ਕੰਮ 'ਤੇ ਚਲੇ ਗਿਆ, ਵਾਪਸ ਆ ਗਿਆ, ਫਿਰ ਸੌਂ ਲਿਆ, ਛਕ ਲਿਆ, ਫਿਰ ਚਲੇ ਗਿਆ, ਕੰਮ ਹੀ ਚੱਲ ਰਿਹਾ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਉਪਦੇਸ਼ ਦਿੰਦੇ ਹਨ ਕਿ ਮਨੁੱਖ ਭਰਮਦਾ ਫਿਰਦਾ ਹੈ, ਭਟਕਦਾ ਫਿਰਦਾ ਹੈ ਪ੍ਰਾਣੀ। ਵਿਣ ਨਾਵੈ ਸਭ ਭਰਮ ਦੇ। ਨਾਮ ਤੋਂ ਬਿਨਾਂ ਭਰਮ ਨਹੀਂ ਹੈ ਸਾਧ ਸੰਗਤ। ਜੇ ਨਾਮ ਦੇ ਨਾਲ ਜੁੜ ਜਾਈਏ ਜੀ, ਮਨੁੱਖਾ ਜਨਮ ਸਫਲ ਹੋ ਜਾਂਦਾ ਹੈ, ਸਤਿਗੁਰੂ ਦੀ ਰਹਿਮਤ ਹੋ ਜਾਂਦੀ ਹੈ। ਪਰ ਜਦੋਂ ਨਾਮ ਤੋਂ ਬਿਨਾਂ ਮਨੁੱਖ ਤੁਰਦਾ ਹੈ, ਨਿਤ ਜਗ ਟੋਟਾ ਸੈਸਾਰ। ਟੋਟਾ ਦਾ ਮਤਲਬ ਘਾਟਾ ਪੈਂਦਾ ਜਾ ਰਿਹਾ। ਹੁਣ ਜਗ ਦੇ ਸਾਰੇ ਨੂੰ ਜੋ ਵੀ ਮਨੁੱਖ ਹੈ, ਸੰਸਾਰਾਕਾਰ ਬਿਰਤੀ ਹੋਣ ਕਰਕੇ ਘਾਟਾ ਪੈਂਦਾ ਜਾ ਰਿਹਾ। ਜਦੋਂ ਬ੍ਰਹਮਾਕਾਰ ਬਿਰਤੀ ਆਈ, ਉਦੋਂ ਫਿਰ ਸਾਧ ਸੰਗਤ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਦੀ ਕਿਰਪਾ ਹੋ ਗਈ। ਫਿਰ ਬ੍ਰਹਮ ਨੂੰ ਸਮਝ ਲਿਆ ਹੈ,
फिर अंदरों ही लभ लिया अंतर गुर आराधना जिहवा जप गुर नाओ नेत्री सतगुर पेखना श्रवणी सुनना गुर नाओ सतगुर सेती रतिया दरगह पाइए ठाओ कहो नानक कृपा करे जिसनों यह वथ दे जग मह उत्तम काढ़िए विरले के विरले हैं जिहड़े जग दे विचों कढे जाते हैं क्योंकि हैन बिरले नहीं घने फैल फकड़ संसार कहो नानक कोटन मह को नारायण जिह चीज लिबास पा लेना बाणा पा लेना कोई वड्डी गल नहीं कोई भी पा सकता है पर उस बाणी नूं सलामत रखना जो मर्यादा गुरु पिता ने बख्शी है उस बज्जर को रहतां तो बचना रहतां दे धार नहीं होना। गुरु साहब सच्चे पिता जी बख्शिश करते हैं कि भाई देख पराइयां चंगियां मावां भैणां धीआं जाण चंगियां नूं वेखना है ना जदों फिर उहनूं एक बड़ा वड्डी नूं मां समझना है बराबर दी नूं भैण समझना है छोटी नूं सत संगत धी समझना है। ਜਿਹੜਾ सत संगत जी गुरु साहब की मर्यादा विच वेखण नूं प्रतीत हो रहा रह रहा है पर सत संगत उस मर्यादा नूं हिरदे च तक नहीं कबूल करदा। गुरु साहब ने कहा गुरसिखा नाम जप लै इन्हां विषयां वकारां तो अपने आप नूं परे कर लै पर जिन्ना चिर इन्हां च मनुख फसिया पिया है गुरु साहब सच्चे पातशाह ने कड़ा बख्शिया है क्योंकि कड़ के रखदा है बांह नूं क्यों भाई इन्हें कड़ना है जिस तरह कड़िया इदा मन नूं कड़ना है जे मन नूं नहीं कड़ सकिया ये हाथ हाथ घड़ी है सत संगत गुरु गोबिंद सिंह पिता की लगी हुई है चोरी जारी ठगी ये नहीं करनी इहदे नाल झूठे दस्खत झूठे अंगूठे नहीं लाने तो गुरु प्यारिओ कृपान पान धारियं करोड़ पाप टारियं गुरु साहब बचन करते हैं जिन्हें कृपान धारण कर ली है करोड़ा पाप टल जाते हैं उहदे रहो विचार कहण दा भाव यह है कि गुरु साहब दे बण जाना गुरु साहब की गुरसिੱਖੀ नूं धारण कर लेना फिर उहनूं सत संगत हर कोई मनुख कर सकता है पर सिख बनना बड़ी वड्डी गल गुरु का सिख बनना जो मर्यादा गुरु ने बख्शी है उहदे विच रहना तत्पर रहना। फिर सत संगत गुरु साहब बचन दसदे हैं वेण नावै सब भरम दे नित जग टोटा सहसा जे साडे अंदर शैतान है दास से बचन दसदा हुंदा है कि हर मनुख के अंदर दो पहलू हैं एक ध्यान दिया जे अपने आप नूं भी पता ही है सानूं साडे अंदर की चल रहा है उत्तों का लिबास जरूर बनाया होया है। सो सत संगत जी हर मनुख के अंदर शैतान बैठा है हर मनुख के अंदर इंसान बैठा है जे असीं शैतान दे नाल संगत करते हैं शैतानियत हावी हो जाती है इंसानियत दबी जाती है जदों ही गुरु की संगत करते हैं इंसानियत हावी हो जाती है तो शैतानियत दबी जाती है तो नाम तो बिना मनुख भरमदा है क्योंकि जे किते कोई काम नहीं बनया जां कोई चार पैसे नहीं आए जां अज जॉब नहीं लगी तो बंदा भटकदा है भरमदा है पर जदों नाम जपदा है सिमरन करता है फिर उहदे हुक्म च आ जाता है हे सतगुरु ये तुहाडा कृपा है तुहाडी बख्शिश है तुहाडी रहमत है महाराज सच्चे पातशाह देण वाले तो तुसीं ही हो सारे संसार नूं ते सतगुर सच्चे पातशाह रोजी जिहड़ी तुसीं दे रहे जो तुसीं अपना नाम बख्शो संतोख बख्शो दे नाम संतोखिया उतरै मन की भुख महाराज इहो जिहा बख्श दो संतोख जिहड़ा मन दीआं भुखां ही उतर जाण जदों भुख उतर गई फिर परेशानी नहीं फिर डिप्रैशन नहीं तो फिर डिप्रैस नहीं होवेगा फिर क्रोध विच नहीं आवेगा जे किते मन विच बड़ी अशांति होवे चिंता होवे सत संगत चिंता चिखा ब्रह्म चिंता चिखा ब्रह्म फिर इस करके जदों नाम दे नाल असीं नहीं जुड़ते गुरु का सिमरन नहीं करते कदी वेख लिया जे आप ध्यान दिया जे जिन्ने सारे आपां बैठे हैं दुनिया का सवाल कोई भी साडे अंदर आ गया है सत्संग सवाल निकलदा नहीं सानूं जवाब नहीं मिल रहा अमृत वेले उठते हाँ इशनान करते हैं पंजां बाणियां का नितनेम आरंभ करते हैं उस सवाल नूं सामने रख लो महाराज उन्ने चिर दे विच ही सानूं समाधान बख्श देणगे गुरु इदां बख्शदा है नाल है कोल है बिल्कुल नाम जपते हैं तो गुरु साहब सारे दुख दूर कर दिंदा सारियां परेशानियां सारियां चिंतावां दूर कर दिंदा भरमण भटकण की है
ਜਦੋਂ ਅਸੀਂ ਗੁਰੂ ਤੋਂ ਦੂਰ ਚਲੇ ਗਏ, ਜਦੋਂ ਸਤ ਸੰਗਤ ਕਿਤੇ ਕ੍ਰੋਧ ਆ ਜਾਵੇ, ਆਨੰਦ ਸਾਹਿਬ ਦਾ ਜਾਪ ਕਰ ਲਓ, ਮੂਲ ਮੰਤਰ ਦਾ ਪਾਠ ਕਰ ਲਓ, ਸੁਖਮਨੀ ਸਾਹਿਬ ਦਾ ਪਾਠ ਕਰ ਲਓ, ਠੰਡ ਪੈ ਜਾਵੇ। ਜਪਜੀ ਸਾਹਿਬ ਦਾ ਪਾਠ ਕਰੋ। ਡਾਕਟਰਾਂ ਨੇ ਇੱਥੋਂ ਤੱਕ ਐਕਸਪੈਰੀਮੈਂਟ ਕੀਤਾ ਹੈ, ਜੇ ਕਿਸੇ ਨੂੰ ਆਪਾਂ ਨੂੰ ਬਲੱਡ ਪ੍ਰੈਸ਼ਰ ਆਮ ਕਈਆਂ ਨੂੰ ਜ਼ਿਆਦਾ ਹੁੰਦਾ ਹੈ, ਰੋਜ਼ ਦਾ ਇੱਕ ਸੁਖਮਨੀ ਸਾਹਿਬ ਪਾਠ ਕਰ ਲਓ, ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਵੇਗਾ। ਇਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ, ਉਦੋਂ ਸਾਧ ਸੰਗਤ ਜਦੋਂ ਦਾਸ ਨਾਨਕ ਨਿਵਾਸ ਰਹਿੰਦੇ ਸਨ, ਉਦੋਂ ਸਾਧ ਸੰਗਤ ਜੀ ਉੱਥੇ ਉਹਨਾਂ ਨੇ ਇੱਕ ਅਜਲਾਸ ਸੱਦਿਆ ਸ਼੍ਰੋਮਣੀ ਕਮੇਟੀ ਨੇ, ਉਹਦੇ 'ਚ ਡਾਕਟਰ ਨੇ ਆਪਣੇ ਐਕਸਪੈਰੀਮੈਂਟ ਦੱਸੇ। ਕਹਿੰਦੇ ਭਾਈ ਸਾਧ ਸੰਗਤ ਜੀ, ਮੈਂ ਜੇ ਕਿਸੇ ਦਾ ਬਹੁਤਾ ਬਲੱਡ ਪ੍ਰੈਸ਼ਰ ਹਾਈ ਹੈ, ਨਹੀਂ ਰੁਕਦਾ, ਨਹੀਂ ਕੰਟਰੋਲ ਹੁੰਦਾ, ਕਹਿੰਦਾ ਮੈਂ ਉਹਨਾਂ ਨੂੰ ਇੱਕੋ ਗੱਲ ਕਹਿੰਦਾ ਉਹਨਾਂ ਸੁਖਮਨੀ ਸਾਹਿਬ ਦਾ ਇੱਕ ਰੋਜ਼ ਦਾ ਪਾਠ ਕਰ ਲਏਗਾ, ਆਪਣੇ ਆਪ ਪਰੇਸ਼ਾਨੀ ਚਲੇਗੀ, ਭਰਮਣ ਭਟਕਣ ਖਤਮ ਹੋ ਗਈ ਤੇ ਉਹ ਚਿੰਤਾ ਦੂਰ ਹੋ ਗਈ ਤੇ ਉਹ ਰੋਗ ਵੀ ਦੂਰ ਹੋ ਗਿਆ। ਕਿਉਂਕਿ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਹੁਣ ਇੱਕ ਵੈਦ ਹੈ, ਦਾਸ ਵੈਦ ਦਾ ਵੀ ਸਮਝਦਾ, ਗੁਰੂ ਸਾਹਿਬ ਨੇ ਕੋਈ ਸੋਝੀ ਦਿੱਤੀ ਹੈ, ਪਰ ਇੱਕ ਵੈਦ ਸਿਰਫ ਇੱਕ ਸਰੀਰ ਦਾ ਰੋਗ ਦੂਰ ਕਰ ਸਕਦਾ ਹੈ। ਪਰ ਮੇਰਾ ਸਤਿਗੁਰੂ ਐਸੇ ਵੈਦ ਹਨ, ਜੇ ਅਸੀਂ ਸਿਮਰਨ ਕਰਦੇ ਹਾਂ, ਨਾਮ ਜਪਦੇ, ਉਹ ਰੋਗ ਵੀ ਦੂਰ ਹੋ ਜਾਂਦੇ ਆ ਤੇ ਨਾਲ ਮੁਕਤ ਵੀ ਬਖਸ਼ ਦਿੰਦੇ, ਜਮਾਂ ਦੀ ਫਾਈ ਵੀ ਕੱਟ ਦਿੰਦੇ। ਐਸਾ ਮੇਰਾ ਗੁਰੂ ਵੈਦ ਹੈ ਸਾਧ ਸੰਗਤ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਵਾਲੇ। ਜੇ ਸਾਧ ਸੰਗਤ ਜੀ ਉਹ ਸੁਖਮਨੀ ਸਾਹਿਬ ਦਾ ਇੱਕ ਪਾਠ ਕੀਤੇ ਆ, ਰੋਗ ਦੂਰ ਹੋਣੇ ਸ਼ੁਰੂ ਹੋ ਗਏ, ਤੇ ਫਿਰ ਬਾਣੀ ਪੜ੍ਹਨੇ ਕੋਈ ਔਖੀ ਗੱਲ ਤੇ ਨਹੀਂ। ਸਾਧ ਸੰਗਤ ਜ਼ਰੂਰ ਪੜ੍ਹਨੀ ਚਾਹੀਦੀ। ਵਿਣ ਨਾਵੈ ਸਭ ਭਰਮ ਦੇ, ਤਾਈਓ ਗੁਰੂ ਸਾਹਿਬ ਕਹਿੰਦੇ ਭਰਮਦੇ ਆ, ਭਟਕਦੇ ਆ, ਭਟਕਣਾ ਲੱਗੀ ਹੈ ਸਾਡੇ ਅੰਦਰ, ਦੁਚਿੱਤੀ ਲੱਗੀ ਹੋਈ ਹੈ, ਜੀਵਨ ਜਾਚ ਨਹੀਂ ਸਾਨੂੰ ਮਿਲਦੀ। ਗੁਰੂ ਸਾਹਿਬ ਜੀ ਸੱਚੇ ਪਿਤਾ ਸੁਖਮਨੀ ਸਾਹਿਬ ਦੇ ਵਿੱਚ ਜੋ ਬਖਸ਼ਿਸ਼ ਕਰਦੇ ਹਨ, ਪ੍ਰਭ ਕੈ ਸਿਮਰਨ ਗਰਭ ਨਾ ਬਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ। ਸਭ ਕੁਝ ਦੱਸਿਆ ਗੁਰੂ ਸਾਹਿਬ ਨੇ ਸੁਖਮਨੀ ਸਾਹਿਬ ਦੇ ਵਿੱਚ। ਮੂਲ ਮੰਤਰ ਦਾ ਜਾਪ ਕਰ ਲਓ, ਵਾਹਿਗੁਰੂ ਮੰਤਰ ਦਾ ਜਾਪ ਕਰ ਲਓ, ਸਾਧ ਸੰਗਤ ਜਪਜੀ ਸਾਹਿਬ ਦੀ ਬਾਣੀ ਪੜ੍ਹ ਲਓ, ਹੋਰ ਬਾਣੀ ਵੱਧ ਤੋਂ ਵੱਧ ਪੜ੍ਹੋ। ਸੋ ਸਾਧ ਸੰਗਤ ਤੇ ਇੱਥੇ ਗੁਰੂ ਸਾਹਿਬ ਨੇ ਨਿਤ ਜਗ ਤੈਨੂੰ ਘਾਟਾ ਪੈਂਦਾ ਜਾ ਰਿਹਾ ਹੈ ਜੀਵ, ਮਨਮੁਖ ਕਰਮ ਕਮਾਵਣੇ। ਮਨਮੁਖ ਕਰਮ ਕਮਾਉਂਦਾ ਹੈ, ਉਹ ਕਿਸ ਤਰ੍ਹਾਂ ਕਮਾਉਂਦਾ ਹੈ ਜੀ? ਹਉਮੈ ਅੰਧ ਗਵਾਰ, ਅੰਨਾ ਹੋਇਆ ਹੋਇਆ ਹਉਮੈ ਦੇ ਵਿੱਚ ਮੈਂ ਕਰੀ ਜਾਂਦਾ ਹੈ, ਮੈਂ ਕਰਦਾ ਹੈ, ਮੈਂ ਕੀਤਾ ਹੈ। ਮਨਮੁਖ ਜਿਹੜਾ ਇਹੋ ਜਿਹੇ ਕਰਮ ਕਮਾਉਂਦਾ ਹੈ ਪਰ ਹਉਮੈ ਦੇ ਵਿੱਚ ਹੈ, ਤਾਂ ਮਹਾਰਾਜ ਕਹਿੰਦੇ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ। ਗੁਰਮੁਖ ਜਿਹੜੇ ਅੰਮ੍ਰਿਤ ਪੀਂਦੇ ਹੈ, ਅੰਮ੍ਰਿਤ ਜਿਹੜੀ ਉਹ ਠੰਡ ਵਰਤਾਉਂਦਾ, ਗੁਰੂ ਦੇ ਸ਼ਬਦ ਦੀ ਜਦੋਂ ਵਿਚਾਰ ਕਰਦਾ ਗੁਰਮੁਖ ਅੰਮ੍ਰਿਤ ਪੀਂਦਾ ਹੈ। ਮਹਾਂਪੁਰਖ ਬਚਨ ਦੱਸਿਆ ਕਰਦੇ, 3 ਤਰ੍ਹਾਂ ਦੇ ਗਿਆਨੀ ਹੁੰਦੇ ਆ ਤੇ 3 ਤਰ੍ਹਾਂ ਦੇ ਸੱਪ ਹੁੰਦੇ। ਹੁਣ ਮਣੀ ਵਾਲਾ ਸੱਪ ਜਿਹੜਾ ਹੈ ਨਾ ਸਤ ਸੰਗਤ, ਉਹ ਜਦੋਂ ਮਣੀ ਬਾਹਰ ਕੱਢਦਾ ਹੈ ਬਰੇਤੇ ਦੇ ਵਿੱਚ ਤੇ ਕੱਢ ਕੇ ਹੰਕਾਰ ਦੇ ਫਕਾਰੇ ਮਾਰਦਾ ਹੈ, ਉੱਥੇ ਸਤ ਸੰਗਤ ਜੀ ਬੜਾ ਇਸੇ ਤਰ੍ਹਾਂ ਕੁੱਦਦਾ ਹੈ, ਭਾਵ ਕਿ 4 ਚੁਫੇਰੇ ਪਾਉਂਦਾ ਹੈ ਕਿ ਮੇਰੇ ਕੋਲ ਮਣੀ ਪ੍ਰਾਪਤ ਹੋ ਗਈ। ਮਣੀ ਜਿਹੜੀ ਉਹ ਲੁਕ ਜਾਂਦੀ ਹੈ ਉਹ ਰੇਤਾ ਦੇ ਵਿੱਚ, ਫਿਰ ਉਹ ਸੱਪ ਉਸੇ ਵਿਛੋੜੇ ਨਾਲ ਮਰ ਜਾਂਦਾ ਹੈ। ਇੱਕ ਮਣੀ ਵਾਲਾ ਸੱਪ ਹੁੰਦਾ ਹੈ, ਰਾਤ ਮੱਸਿਆ ਦੀ ਰਾਤ ਨੂੰ ਸਤ ਸੰਗਤ ਜੀ ਉਹ ਸਾਹਮਣੇ ਰੱਖਦਾ ਹੈ, ਉਹ ਟਿਮਟਮਾਉਂਦੇ ਹਨ ਜਦੋਂ ਸਤ ਸੰਗਤ ਤਾਰੇ ਦੀ ਲੋ ਦੇ ਨਾਲ ਜਾਂ ਚੰਦਰਮਾ ਥੋੜ੍ਹਾ ਜਿੰਨਾ ਕਿ ਚੜ੍ਹਿਆ ਹੈ, ਜਾਂ ਉਸ ਥੋੜ੍ਹੀ ਬਾਲੀ ਉਹਦੀ ਮਣੀ ਦੀ ਲੋ ਉਹਦੇ 'ਤੇ ਸਤ ਸੰਗਤ ਜੀਵ ਜੰਤੂ ਆਉਂਦੇ ਆ, ਸਾਰੇ ਭਮੱਕੜ ਆਉਂਦੇ, ਉਹਨਾਂ ਨੂੰ ਖਾ ਕੇ ਪੇਟ ਦੀ ਪੂਰਤੀ ਕਰਦਾ। ਇੱਕ ਸੱਪ ਉਹ ਹੁੰਦਾ ਹੈ ਜਿਹੜਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਸੋਮਵਾਰ ਸਸ ਅੰਮ੍ਰਿਤ ਝਰੈ, ਚਾਖਤ ਬੇਗ ਸਗਲ ਬਿਖ ਹਰੈ। ਸੋਮਵਾਰ ਸਸ ਅੰਮ੍ਰਿਤ ਝਰੈ, ਸੋਮਵਾਰ ਦੀ ਪੂਰਨਮਾਸ਼ੀ ਚੰਦਰਮਾ ਦੇ ਉਹ ਜਦੋਂ ਸਾਵੇਂ ਸਾਧ ਸੰਗਤ ਆਪਣੀ ਮਣੀ ਰੱਖਦਾ ਹੈ ਕੱਢ ਕੇ, ਤੇ ਉਹ ਚੰਦਰਮਾ ਦੀਆਂ ਰਿਸ਼ਮਾਂ ਪੈਂਦੀਆਂ, ਉਹਦੇ 'ਚੋਂ ਅੰਮ੍ਰਿਤ ਸਿਮਦਾ ਹੈ ਤੇ ਉਹ ਚੱਖਦਾ ਹੈ। ਜਦੋਂ ਚੱਖਦਾ ਹੈ ਉਹ ਮਹੀਨੇ ਵਾਸਤੇ ਉਹਦੀ ਜ਼ਹਿਰ ਮਿਟ ਜਾਂਦੀ ਹੈ। ਉਹ ਐਸਾ ਹੈ। ਇਸੇ ਤਰ੍ਹਾਂ ਦੇ ਗਿਆਨੀ ਹਨ। ਇੱਕ ਕਥਾਵਾਚਕ ਹੈ, ਪ੍ਰਚਾਰਕ ਹੈ, ਪੜ੍ਹੇ ਗ੍ਰੰਥ ਬਣ ਬੈਠੇ ਗਿਆਨੀ ਦਾਸ ਵਰਗੇ। ਗੁਰੂ ਪਿਆਰਿਓ, ਹੰਕਾਰ ਆ ਗਿਆ ਉਸ ਮਨੁੱਖ ਨੂੰ ਕਿ ਮੈਂ ਬੜਾ ਤਕੜਾ ਵਿਦਵਾਨ ਹੈ। ਉਹ ਵਿਦਵਤਾ ਜਿਹੜੀ ਹੈ ਪੰਡਤ ਰੋਵੈ ਗਿਆਨ ਗਵਾਏ, ਗਿਆਨ ਗਵਾਚ ਜਾਣ ਵਾਲੀ ਗੱਲ ਹੈ। ਇਹਦੀ ਸਿਕਿਉਰਿਟੀ ਇੱਕੋ ਹੀ ਹੈ ਕਿ ਨਿਮਰਤਾ ਹੈ, ਜਿਹੜੀ ਨਿਮਰਤਾ ਵਿੱਚ ਆ ਜਾਣਾ। ਤਾਂ ਫਿਰ ਗੁਰਮੁਖ ਜਿਹੜੇ ਹਨ ਸਾਧ ਸੰਗਤ ਜੀ, ਇਸੇ ਤਰ੍ਹਾਂ ਉਹ ਜਿਹੜਾ ਮਨੁੱਖ ਹੈ ਵਿਦਵਾਨ ਬਹੁਤ ਹੈ ਪਰ ਕਿਸੇ ਨੂੰ ਪੱਲੇ ਨਹੀਂ ਬੰਨ੍ਹਦਾ। ਜਦੋਂ ਵੀ ਕੋਈ ਗੱਲ ਕਰਦਾ ਹੈ ਆਪਣੇ ਵਿਦਵਤਾ ਦੀ ਗੱਲ ਕਰਦਾ ਕਿ ਮੈਂ ਬੜਾ ਹੰਕਾਰੀ ਹੋ ਗਿਆ, ਫਿਰ ਉਹ ਗਿਆਨ ਗਵਾਚ ਜਾਂਦਾ। ਇਸੇ ਤਰ੍ਹਾਂ ਉਹ 1 ਨੰਬਰ ਦਾ ਸੱਪ ਜਿਹੜਾ ਹੈ, ਉਹ ਜਦੋਂ ਗਿਆਨ ਗਵਾਚ ਗਿਆ ਬੜਾ ਪਛਤਾਉਂਦਾ ਹੈ। ਅੱਜ ਕਥਾ ਬੜੀ ਵਧੀਆ ਹੋ ਰਹੀ, ਅੱਜ ਤਾਂ ਬੌੜੀ ਹੀ ਨਹੀਂ, ਸਮਝ ਹੀ ਨਹੀਂ ਲੱਗ ਰਹੀ, ਐਡਾ ਤਕੜਾ ਵਿਦਵਾਨ ਸੀ, ਸਮਝ ਨਹੀਂ। ਇਹ ਚੀਜ਼ ਹੁੰਦੀ ਹੈ, ਗਿਆਨ ਗਵਾਚ ਜਾਂਦਾ ਹੈ ਹੰਕਤਾ ਜਿਹੜੀ, ਹੰਕਾਰ ਦੇ ਨਾਲ।
फिर दूजे तरह का जिस तरह सप है वो जिस तरह साध संगत कथा करनी है, संगत ने जो तिल फुल देना है, अपनी उपजीविका चलाउंदा है, वो इत्थों तक है। एक तीजे नंबर का जिहड़ा जिस तरह सप वो ज्ञानी हुंदा है, वो जदों गुरबाणी जो कहिंदी है, एक वो साध संगत संगत नूं दसदा है, ते उहदे विचों अपने अंदर भी ज्ञान अपने अंदर भी ज्ञान गुरु साहब की कृपा नाल गुरु साहब बख्शदे है, ते अपने भी अज्ञान नूं दूर कर दिंदा है, अपनी भी जहर जिहड़ी वो मिट जाती है। इस तरह साध संगत गुरमुख जिहड़े हन, जिन्हां दा गुरु वल है, गुरमुख अमृत पीवना, नानक शब्द विचार, शब्द की विचार नाल गुरमुख प्यारे अमृत पींदे आ। जदों अमृत पींदे हन, बाणी उचरै साध जन, अम्यों चले झरने, फिर ऐसा आनंद आउंदा है, ऐसा खेड़ा आउंदा है। वो खेड़े दे विच बड़े सदा ही एक रस साध संगत तो सतगुरु सच्चे पातशाह के नाम दे विच तदाकार रहिंदे। फिर गुरमुख की अवस्था बख्शिश की है, महला तीजा। हुण एक भरम की गल दसी सी महाराज, फिर कहिंदे जिहड़ा गुरमुख है ना, मनमुख की भी दसी अवस्था, पर हुण गुरमुख की अवस्था बारे दस रहे। महला तीजा, तीजे पातशाह बख्शिश करते हैं, सहजे जागै सहजे सोवै। हुण आपां आम वेख लीए, जिहड़ा साध संगत जी बहुता किसी को जिस ग्रह बहुत ते सै ग्रह चिंता, जिस ग्रह थोड़ी सो फिरै परमंता, दोहूं विबस्ता तेजो मुक्ता, सोई सहेला भाली है। जिहदे घर विच बहुती आ गई, चिंता लग गई भी रखांगा किदां, किदां सांभा, की करां, टैक्स तो किदां बचावां, डाकुआं तो किदां बचावां, यह सब कुछ आ जाता, चिंता आ गई ना। जिस ग्रह थोड़ी वो भरमदा फिरदा है, भटकदा फिरदा, दो अवस्था तो जिहड़ा मुक्त हो गया, हुण दोवां अवस्था तो मुक्त गुरमुख है। हुण बार महाराज ने कहा सहजे जागे, वो सहज विच जागदा, जदों सवेरे उठदा वाहिगुरू वाहिगुरू करदा उठदा, परेशानी नहीं। धन सतगुरु सच्चे पातशाह वेले भी इस तरह का एक कौतक सी। जे सिपाहियां दे उत्ते डल्ले ने कहा, महाराज कहंदे चंगा भाई आ हुण चल तेरे सिपाहियां दी परख कर लईए। कहिंदा सी ना भी महाराज एक तो मैनूं याद कीता हुंदा, जदों कीता ते गुरु साहब गए, गुरसिख दे मुख ते जल पाया, वाहिगुरू 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 कह के उठ खलोता, ते वो सिपाही उहदे डल्ले दे सिपाही ते फड़ लो मार लो, फड़ लो मार लो, किरपान फड़ लई। तां गुरु साहब कहंदे ए अवस्था आई, उन्हां दे सदा ही अंदर की चेतवदे है। ते जिहड़े गुरमुख गुरसिख है, जिन्हां दे बारे तूं कहना 8-8 महीने भुखे रह, मेरे नाल रह, तो कहण दा भाव है कि वो सहज अवस्था दे विच जागदे ते सहज विच ही सौ जांदे, उन्होंने कोई परेशानी नहीं रहिंदी। ते मनमुख मनुख जिहड़ा है सौंदा भी परेशानी दे विच, उठदा भी परेशानी हुंदा, नींद ही नहीं आउंदी। आज पंचम जिहड़ा जार्ज पंचम सी ना, जदों आ लड़ाई लगी है, सैकंड वर्ल्ड वार भी लगी है, शायद फर्स्ट लगी होवेगी, जर्मन नाल जदों युद्ध होया, तां कहिंदे इहनूं करंट ला के सवाउंदे हुंदे सी। इन्नी परेशानी है उन्हां मनुखां नूं, जिहड़े साध संगत जी वो सौ नहीं सकते। जिहड़े गुरमुख सहज अवस्था च बाणी पढ़ते पढ़ते आनंद विच सौ जाते हैं, सवेरे उठते हैं, वाहिगुरू मंत्र का जाप करते हैं, सहजे जागे सहजे सो। वो गुरमुख प्यारे सहज अवस्था विच जागते हैं, हृदय विच हरि का नाम जपते हैं, सहज अवस्था दे विच सौ जाते हैं, उहदा सिमरन करते हैं। गुरमुख आन दिन उस्तत होवे, जिहड़े गुरमुख वो दिन रात ही उस परमात्मा की उस्तति करते हैं, दिन रात ही उस गुरमुख की उस्तति हुंदी है। मनमुख भरम है सहसा होवे, मनमुख भरमदा है, वो सहसा आ गया अंदर, आ काम होवेगा कि नहीं होवेगा, पता नहीं है, चलेगा कि नहीं चलेगा, मैं जो काम शुरू किया चलदा है कि नहीं चलदा, भरमना जी पै जाती है, भटकना जी सहसा जिहा हो जाता है। गुरु वास्ते भी सहसा है, गुरु पूरी करेगा कि नहीं करेगा, मैं गुरु ग्रंथ साहिब नूं मन्ना कि होर पीर पैगंबरां नूं मंन ला, आ पंडितां तो पत्नियां खिला ला, शायद ये सानूं कुछ दस देन, कोई सोझी आ जाए। गुरु तो सोझी नहीं आई, इन्हां तो ज़्यादा होनी। तो पीर आ गया जी, फलाना मुसलमान पीर आ गया, सारिया चिंता दूर कर दो, उन्होंने आप समझ लो वो किन्नी की चिंता है, कोई पता नहीं सानू। पर गुरु प्यारे सतगुरु सच्चे पातशाह जी बख्शिश करते, मनमुख भरम है सहसा होवे, भरमदा है, भटकदा है, अंतर चिंता नींद न सोवे, अंदर चिंता होंगी है। अज तो मैनू नींद ही नहीं आई, अज सारी रात में जागदा ही रहा, सवेरे जी उठ के तड़कसार जे नींद आई, मुड़ के फिर जाग आ गई, झट ही आ गई। परेशानी है ना, साडे अंदर दे विच परेशानी है, साडे अंदर चिंता लगी हुई है। तो फिर ज्ञानी जागै सवै सुभाए, धन सतगुरु गुरु अमरदास सच्चे पातशाह कहते, जिहड़ा ज्ञानवान है, जिन्होंने गुरु ने ज्ञान बख्श दिता है, वो सहज अवस्था दे विच जागदा है, सहज सुभाई जागदा है, उठदा है। जदों सहज सुभाई उठ खलोंदा है, सहज सुभाई सौ जाता है, कोई चिंता नहीं उन्होंने लगी रहिंदी। कहता कि सिमरन जो अंदर हिरदे दे विच गुरु साहब ने ज्ञान बख्शिया होया है, तां नानक नाम रत्या बल जाओ,
ਉਹ ਨਾਮ ਦੇ ਵਿੱਚ ਐਸਾ ਰਤਿਆ ਗਿਆ ਹੈ, ਉਤੇ ਬਵਾਰ ਨੇ ਬਲਿਹਾਰ ਨੇ ਕੁਰਬਾਨ ਜਾਂਦਾ ਹੈ ਗੁਰਸਿੱਖ ਪਿਆਰਾ। ਤੇ ਹੁਣ ਗੁਰੂ ਸਾਹਿਬ ਪੌੜੀ ਦੇ ਵਿੱਚ ਇਸ ਸ਼ਲੋਕ ਦਾ ਹੋਰ ਵਿਸਥਾਰ ਬਖਸ਼ਿਸ਼ ਕਰਦੇ ਹਨ। ਪੌੜੀ, ਸੇ ਹਰ ਨਾਮ ਧਿਆਵ ਹੈ ਜੋ ਹਰ ਰਤਿਆ। ਉਹ ਨਾਮ ਧਿਆ ਸਕਦੇ ਜਿਹੜੇ ਹਰੀ ਦੇ ਨਾਮ ਵਿੱਚ ਰਤੇ ਗਏ ਆ, ਜਿਹੜੇ ਸਦਾ ਹੀ ਇੱਕ ਰਸ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਰਤੇ ਗਏ, ਤਦਾਕਾਰ ਹੋ ਗਏ, ਜਿਹੜੇ ਸਦਾ ਹੀ ਇੱਕ ਰਸ ਸਿਮਰਨ ਕਰਦੇ ਆ, ਸਦਾ ਹੀ ਨਾਮ ਜਪਦੇ ਹਨ। ਛੇ ਹਰ ਨਾਮ ਧਿਆਵਾ ਹੈ ਜੋ ਹਰ ਰਤਿਆ, ਜਿਹੜੇ ਹਰੀ ਦੇ ਪਰਮਾਤਮਾ ਦੇ ਨਾਮ ਦੇ ਵਿੱਚ ਰਤੇ ਗਏ। ਹਰ ਇੱਕ ਧਿਆਵਾ ਹੈ, ਇੱਕ ਇੱਕੋ ਹਰ ਸਤਿ, ਉਹ ਇੱਕੋ ਹੀ ਪਰਮਾਤਮਾ ਨੂੰ ਸਿਮਰਦੇ ਆ, ਅਕਾਲ ਪੁਰਖ ਵਾਹਿਗੁਰੂ ਨੂੰ। ਪਰਚਾ ਸਾਧ ਸਿੰਘ ਸ਼ਬਦ ਦਾ, ਪੂਜਾ ਅਕਾਲ ਦੀ, ਦੀਦਾਰ ਖਾਲਸੇ ਦਾ, ਇਹ ਤਿੰਨ ਅਸੂਲ ਗੁਰੂ ਸਾਹਿਬ ਨੇ ਬਖਸ਼ੇ। ਪਰਚਾ ਸ਼ਬਦ ਦਾ ਪਾਉਣਾ ਹੈ, ਪੂਜਾ ਅਕਾਲ ਦੀ ਕਰਨੀ, ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦੀ, ਤੇ ਸਾਧ ਸੰਗਤ ਇਸੇ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਦੀਦਾਰ ਖਾਲਸੇ ਦਾ। ਉਹ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਹਰ ਇੱਕ ਧਿਆਵ ਹੈ, ਇੱਕੋ ਪਰਮਾਤਮਾ ਨੂੰ ਧਿਆਉਂਦੇ ਹਨ। ਇੱਕੋ ਹਰ ਸਤਿਆ, ਸਤਿਆ ਦਾ ਮਤਲਬ ਹੈ ਸਤ, ਸਦਾ ਥਿਰ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਨੂੰ ਇੱਕੋ ਨੂੰ ਸਿਮਰਦੇ ਆ ਕਿ ਇੱਕੋ ਹੀ ਅਕਾਲ ਪੁਰਖ ਹੈ, ਹੋਰ ਦੁਨੀਆ ਤਾਂ ਦੂਜਾ ਕੋਈ ਹੈ ਹੀ ਨਹੀਂ। ਦੂਸਰ ਹੋਏ ਤਾਂ ਸੋਝੀ ਪਾਏ, ਜੇ ਦੂਜਾ ਹੋਏ ਤਾਂ ਪਤਾ ਲੱਗੇ ਕਿ ਇੱਕੋ ਇੱਕ ਅਕਾਲ ਪੁਰਖ ਹੈ ਜਿਹੜੇ ਸਾਰੇ ਸੰਸਾਰ ਨੂੰ ਰਚਦਾ। ਏਕ ਸਕੇ ਸਭ ਰੂਪ ਹੈ ਰੰਗਾ, ਆ ਜਿੰਨੇ ਰੰਗ ਵੇਖ ਰਹੇ ਆ, ਜਿੰਨੇ ਰੂਪ ਵੇਖ ਰਹੇ, ਸਭ ਇੱਕੇ ਪਰਮਾਤਮਾ, ਉਸੇ ਅਕਾਲ ਪੁਰਖ ਵਾਹਿਗੁਰੂ ਦੇ ਹੀ ਹਨ। ਜਿਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਿਤਾ ਜੀ ਹੋਰ ਬਖਸ਼ਿਸ਼ਾਂ ਕਰਦੇ ਹਨ। ਹਾਂ, ਇੱਕੋ ਹੀ ਨੂੰ ਧਿਆਉਂਦੇ, ਇੱਕੋ ਹੀ ਸਤਿਆ ਉਸ ਪਰਮਾਤਮਾ ਦੀ ਸਾਰੇ ਸੰਸਾਰ ਵਿੱਚ ਸਤਾ ਸਪੁਰਤੀ ਇੱਕੇ ਅਕਾਲ ਪੁਰਖ ਦੀ ਹੈ, ਹੋਰ ਦੂਸਰੇ ਕਿਸੇ ਦੀ ਨਹੀਂ ਹੈ। ਤੇ ਸਾਧ ਸੰਗਤ ਜੀ, ਹਰ ਇੱਕੋ ਵਰਤ ਹੈ, ਇੱਕੋ ਉਤਪਤੀ, ਇੱਕੋ ਹੀ ਸਾਰੇ ਸੰਸਾਰ ਵਿੱਚ ਵਰਤ ਰਿਹਾ ਹੈ। ਗੁਰੂ ਸਾਹਿਬ ਬਚਨ ਦੱਸਦੇ ਗੁਰਬਾਣੀ ਵਿੱਚ ਬੜੀ ਥਾਈਂ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਘਟਾਂ ਘਟਾਂ ਚੋਂ ਵਸ ਰਿਹਾ, ਜ਼ਰੇ ਜ਼ਰੇ ਚੋਂ ਵਸ ਰਿਹਾ। ਕਹੋ ਕਬੀਰ ਰਾਮ ਕੀ ਅੰਸ਼, ਆ ਕਹਿੰਦੇ ਸਾਰੇ ਪਰਮਾਤਮਾ ਦੀ ਅੰਸ਼ ਹੈ। ਦੁਨੀਆ ਤੇ ਕੋਈ ਮਨੁੱਖ ਤੇ ਕੋਈ ਜੀਵ ਜੋ ਆ ਗਿਆ ਸਭ ਉਸ ਪਰਮਾਤਮਾ ਦੀ ਅੰਸ਼ ਹੈ। ਸਤਾ ਉਹਨੇ ਪਾਈ ਤੇ ਮਨੁੱਖ ਚੱਲ ਰਿਹਾ ਹੈ। ਜੇ ਉਹਦੀ ਸਤਾ ਹੈ ਹੱਥਾਂ 'ਚ ਤੇ ਹੱਥ ਚੱਲ ਰਿਹਾ, ਸਰੀਰ ਵਿੱਚ ਤਾਂ, ਲੱਤਾਂ ਵਿੱਚ ਤਾਂ, ਨਿਗਾਹ 'ਚ ਤਾਂ ਅਸੀਂ ਵੇਖ ਸਕਦੇ ਹਾਂ, ਜ਼ੁਬਾਨ ਵਿੱਚ ਸਤਾ ਤਾਂ ਬੋਲ ਸਕਦੇ, ਕੰਨਾਂ 'ਚ ਹੈ ਤਾਂ ਸੁਣ ਸਕਦੇ ਹਾਂ। ਜਿਹੜੇ ਵਿਚਾਰੇ ਬੋਲੇ ਆ, ਜਿਹੜੇ ਗੁੰਗੇ ਆ, ਜਿਹੜੇ ਮਨਾਖੇ ਆ, ਸਰ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਕਿੱਦਾਂ ਦੀ ਸਾਧੂ ਪਰਮਾਤਮਾ ਨੇ ਸਤਾ ਖਿੱਚੀ ਹੋਈ ਹੈ। ਸੋ ਇਹ ਪਰਮਾਤਮਾ ਸਾਰਿਆਂ ਦੇ ਵਿੱਚ ਬੈਠਾ ਹੈ। ਤਾਂ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਇੱਕੋ ਵਰਤ ਹੈ, ਇੱਕੋ ਦਾ ਵਰਤਣ ਵਰਤਾਰਾ ਪਰਮਾਤਮਾ ਦਾ ਸਾਰੇ ਸੰਸਾਰ ਵਿੱਚ ਹੈ। ਇੱਕੋ ਉਤਪਤਿਆ, ਉਤਪਤੀ ਤੇ ਲੈਤਾ ਤੇ ਪਰਲੋ ਇੱਕੋ ਹੀ ਪਰਮਾਤਮਾ ਕਰ ਰਿਹਾ ਹੈ। ਉਸ ਪਰਮਾਤਮਾ ਸਭ ਕੁਝ ਉਹੋ ਹੀ ਕਰ ਰਿਹਾ, ਕਿ ਗੁਰਮੁਖਾਂ ਦੀ ਅਵਸਥਾ ਬਣ ਗਈ ਹੈ। ਇਹ ਅਵਸਥਾ ਬਣ ਗਈ ਹੈ ਵੀ ਇੱਕੋ ਹੀ ਅਕਾਲ ਪੁਰਖ ਸਾਰਿਆਂ ਦੇ ਵਿੱਚ ਹੈ। ਉਹ ਦੂਸਰੇ ਨੂੰ ਕਿਸੇ ਨੂੰ ਕੁਝ ਕਹਿੰਦੇ ਨਹੀਂ। ਜੇ ਆਪਣਾ ਸਾਧ ਸੰਗ ਕੋਈ ਦੁੱਖ ਆ ਗਿਆ ਨਾ ਕਈ ਵਾਰ, ਗੁਰੂ ਸਾਹਿਬ ਨੇ ਖਾਲਸਾ ਪ੍ਰਗਟ ਕੀਤਾ ਹੈ, ਕਿਉਂਕਿ ਸ਼ੇਰ ਬਿਰਤੀ ਦਿੱਤੀ ਹੈ ਸਾਨੂੰ। ਸ਼ੇਰ ਬਿਰਤੀ ਉਹ ਹੈ, ਸ਼ੇਰ ਜਦੋਂ ਸ਼ਿਕਾਰ ਕਰੀਏ ਸ਼ੇਰ ਦਾ, ਤੇ ਸ਼ੇਰ ਉਸ ਕਿਰਪਾਨ ਨੂੰ, ਉਸ ਗੋਲੀ ਨੂੰ ਕੁਝ ਨਹੀਂ ਕਹਿੰਦਾ। ਉਹ ਜਿਹੜਾ ਮਾਰਨ ਵਾਲਾ ਹੁੰਦਾ ਹੈ ਉਸ ਸ਼ਿਕਾਰੀ ਤੇ ਜਾ ਕੇ ਪੈਂਦਾ ਹੈ। ਤੇ ਇੱਕ ਕੂਕਰ ਬਿਰਤੀ ਹੈ, ਜਿਹੜਾ ਕੁੱਤੇ ਨੂੰ ਡੰਡਾ ਮਾਰੀ ਉਹ ਡੰਡੇ ਨੂੰ ਚੱਬਦਾ, ਸ਼ਾਇਦ ਮੈਨੂੰ ਇੰਨੀ ਸੱਟ ਮਾਰੀ ਹੈ, ਮਾਰਨ ਵਾਲੇ ਨੂੰ ਕੁਝ ਨਹੀਂ ਕਹਿੰਦਾ। ਹੁਣ ਦਸਮ ਪਾਤਸ਼ਾਹ ਕਹਿ ਰਿਹਾ ਗਿੱਦੜਾਂ ਤੋਂ ਮੈਂ ਸ਼ੇਰ ਬਣਾਉਂ। ਗੁਰੂ ਨਾਨਕ ਸਾਹਿਬ ਕਹਿੰਦੇ ਰਾਜੇ ਸ਼ੀ ਮੁਕੱਦਮ ਕੁੱਤੇ। ਗੱਲ ਤਾਂ ਇੱਕੋ ਹੀ ਹੈ, ਪਰ ਗੱਲ ਉੱਥੇ ਦੋ ਹੈ। ਕਿਸ ਤਰ੍ਹਾਂ? ਉੱਥੇ ਵੀ ਗੁਰੂ ਸਾਹਿਬ ਨੇ ਸ਼ੇਰ ਕਿਹਾ, ਇੱਥੇ ਦਸਮ ਪਾਤਸ਼ਾਹ ਨੇ ਸ਼ੇਰ ਕਿਹਾ, ਪਹਿਲੇ 10ਵੇਂ ਸਰੂਪ ਜੀ ਗੁਰੂ ਨਾਨਕ ਸਾਹਿਬ ਨੇ। ਹੁਣ ਉੱਥੇ ਸ਼ੇਰ ਦੀ ਜ਼ਾਲਮਪੁਣੇ ਦੀ ਜਿਹੜੀ ਹੈ ਸਤ ਸੰਗਤ, ਉਹਦੀ ਸੁਰਤੀ ਬਿਰਤੀ ਉਹ ਦੱਸੀ ਹੈ। ਇੱਥੇ ਜਿਹੜੀ ਸ਼ੇਰ ਦੀ ਹੈ ਬਿਰਤੀ, ਜੇ ਜੋ ਕਰ ਰਿਹਾ ਉਹਦੇ ਤੱਕ ਜਿਹੜਾ ਖਾਲਸਾ ਹੈ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਸਮਝਦਾ ਹੈ ਕਿ ਮੇਰੇ ਜੇ ਦੁੱਖ ਆ ਗਿਆ ਮਹਾਰਾਜ ਮੇਰੇ ਮਾੜੇ ਕਰਮ, ਜੇ ਸੁੱਖ ਆ ਗਿਆ ਮਹਾਰਾਜ ਮੈਂ ਨਹੀਂ ਕਰਤੂਤ ਦਾ ਮਾਲਕ ਨਹੀਂ ਸੀ, ਤੁਸੀਂ ਕਿਰਪਾ ਕੀਤੀ। ਸਿੱਧਾ ਕੇਵਲ ਤੇ ਕੇਵਲ ਅਕਾਲ ਪੁਰਖ ਨੂੰ ਹੀ ਸਮਝਦਾ ਹੈ ਜੋ ਸਮਝਦਾ ਹੈ। ਤੇ ਜਿਹੜਾ ਸੱਸ ਕੂਕਰ ਬਿਰਤੀ ਹੈ ਸਾਡੀ, ਇਹ ਮਾਇਆ ਦਾ ਡੰਡਾ ਪਰਮਾਤਮਾ ਨੇ ਬਣਾਇਆ ਹੋਇਆ, ਉਹ ਮਾਰਿਆ ਹੈ ਸਾਰਿਆਂ ਨੂੰ। ਜੇ ਕਿਸੇ ਮਨੁੱਖ ਰਾਹੀਂ ਸਾਨੂੰ ਦੁੱਖ ਮਿਲਦਾ ਹੈ, ਜੇ ਸਤ ਸੰਗਤ ਸਾਨੂੰ ਧੋਖਾ ਕਰ ਜਾਂਦਾ, ਫਲਾਣੇ ਨੇ ਧੋਖਾ ਕੀਤਾ, ਉਹ ਸਾਡੀ ਕੂਕਰ ਬਿਰਤੀ ਹੈ। ਸ਼ੇਰ ਬਿਰਤੀ ਇਹ ਹੈ ਕਿ ਮੇਰੇ ਕਰਮ ਮਾੜੇ ਸਨ ਤਾਂ ਇਹ ਗੱਲ ਹੋ ਗਈ ਹੈ, ਲੈਣਾ ਦੇਣਾ ਸੀ ਦਿੱਤਾ ਗਿਆ। ਉਹ ਕਦੀ ਝੂਰਦਾ ਨਹੀਂ ਹੈ ਸਤ ਸੰਗਤ ਜੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਇੱਥੇ ਬਖਸ਼ਿਸ਼ ਕਰਦੇ ਹਨ ਕਿ ਭਾਈ ਇੱਕੋ ਵਰਤ ਹੈ, ਇੱਕੋ ਹਰ ਸੱਤੇ, ਇੱਕ ਅਕਾਲ ਪੁਰਖ ਵਾਹਿਗੁਰੂ ਸੱਚੇ ਪਿਤਾ ਜੀ ਨੂੰ ਸਮਝਦਾ ਹੈ ਕਿ ਜੋ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ, ਮਨੁੱਖ ਕੋਈ ਕਰ ਹੀ ਨਹੀਂ ਸਕਦਾ। ਸੋ ਇੱਥੇ ਗੁਰੂ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਜੋ ਹਰ ਨਾਮ ਧਿਆਵ ਹੈ ਤਿਨ ਡਰ ਸੱਟ ਕਤੇ। ਜਿਹੜਾ ਨਾਮ ਧਿਆਉਂਦਾ ਡਰ ਹੀ ਚਲੇ ਜਾਂਦਾ।
ਖਾਲਸੇ ਦਾ ਕਿਤੇ ਗੁਰੂ ਪਿਆਰਿਓ ਜਿਹੜੇ ਸਿਮਰਨ ਕਰਨੇ ਇਹਨਾਂ ਨਾਲ ਅਭਿਆਸ ਕਰਨ ਵਾਲੇ ਗੁਰਮੁਖ, ਜਿਹੜੇ ਸਾਧ ਸੰਗਤ ਆ ਏਡੇ ਵੱਡੇ ਸਾਧ ਸੰਗਤ ਆਪਣੇ ਆਪ ਦੇ ਕੱਲਾ ਕੱਲਾ ਚਟੰਗਾ ਖਾਣ ਜਾਣ ਵਾਲੇ ਮਨੁੱਖ ਤੇ ਖਾਲਸੇ ਚਮਕੌਰ ਦੀ ਗੜੀ ਵਿੱਚ ਜਿਨ੍ਹਾਂ ਨੇ ਖਾਧਾ 8 ਮਹੀਨੇ ਨਹੀਂ ਹੋਇਆ, ਹੱਡੀਆਂ ਦੀ ਮੁੱਠ ਰਹਿ ਗਈ ਸੀ ਤੇ ਉਹਨਾਂ ਤੇ ਬਾਜ ਜਾ ਕੇ ਝਪਟ ਪਿਆ ਜਿੱਦਾਂ ਬਟੇਰਿਆਂ ਤੇ ਪੈਂਦਾ ਹੈ ਗੁਰੂ ਪਿਆਰੇ, ਜਿੱਦਾਂ ਸ਼ੇਰ ਦਹਾੜਦਾ ਹੈ ਹਿਰਨਾਂ ਦੀਆਂ ਡਾਰਾਂ ਤੇ ਗੁਰੂ ਪਿਆਰਿਓ 10 ਲੱਖ ਦੀ ਫੌਜ 10 ਲੱਖ ਗੁਰੂ ਦਸਮ ਪਿਤਾ ਨੇ ਆਪ ਲਿਖਿਆ ਸਾਧ ਸੰਗਤ ਜਫਰਨਾਮੇ ਦੇ ਵਿੱਚ। ਖਾਲਸਾ ਫਿਰ ਉੱਥੇ ਐਸੇ ਜਾਓ ਜਲਾਲ ਵਿਖਾਏ। ਉਸ ਰਾਤ ਨੂੰ ਜਦੋਂ ਦਸਮ ਪਿਤਾ ਤਾੜੀ ਮਾਰ ਕੇ ਨਿਕਲੇ, ਕਿਆਮਤ ਦੀ ਰਾਤ ਮੁਸਲਮਾਨਾਂ ਨੇ ਕਿਹਾ ਜਾਂ ਖੁਦਾ ਇਹ ਕੌਣ ਆ? ਅਸੀਂ ਆਪਣੇ ਆਪ ਨੂੰ ਬੜੇ ਸੂਰਮੇ ਕਹਾਉਂਦੇ ਆ ਤੇ ਸਾਨੂੰ ਬਾਜਾਂ ਦੇ ਬਟੇਰਿਆਂ ਦੇ ਉੱਤੇ ਬਾਜ ਜਿੱਦਾਂ ਪੈਂਦਾ ਇੱਦਾਂ ਪੈਂਦੇ ਸਨ। ਤੋ ਗੁਰੂ ਪਿਆਰੋ ਇੱਕੋ ਇੱਕ ਅਕਾਲ ਪੁਰਖ ਦੀ ਸਤਾ ਹੈ। ਅਕਾਲ ਪੁਰਖ ਦੀ ਪੂਜਾ ਕਰਨ ਵਾਲੇ ਗੁਰਮੁਖ ਪਿਆਰੇ ਜਿਹੜੇ ਸਾਧ ਸੰਗਤ, ਉਹਨਾਂ ਦਾ ਡਰ ਕੋਈ ਨਹੀਂ। ਬਿਨਾਂ ਡਰ ਤੋਂ ਹਾਥੀਆਂ ਨਾਲ ਜਾ ਕੇ ਬਾਬੇ ਬਚਿੱਤਰ ਸਿੰਘ ਵਰਗੇ ਹਾਥੀਆਂ ਨਾਲ ਜਾ ਲੜੇ। 7 ਤਵੀਆਂ ਚੀਰ ਤੇ ਅੰਮ੍ਰਿਤ ਦੀ ਸ਼ਕਤੀ ਨੇ ਤੇ ਉਹ ਅੱਜ ਕਹਿੰਦੇ ਸਾਨੂੰ ਛਕਣ ਦੀ ਲੋੜ ਨਹੀਂ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਕੈਸੀ ਬਖਸ਼ਿਸ਼ ਕੀਤੀ ਹੈ। ਤੇ ਮਹਾਰਾਜ ਬਚਨ ਕਰਦੇ ਹਨ ਕਿ ਜੋ ਹਰ ਨਾਮ ਧਿਆਵੈ ਹੈ ਤਿਨ ਡਰ ਸੱਟ ਘੱਤਿਆ, ਉਹਨਾਂ ਦੇ ਅੰਦਰੋਂ ਡਰ ਹੀ ਚਲੇ ਜਾਂਦਾ, ਬੇਖੌਫ ਹੋ ਜਾਂਦੇ। ਕਬੀਰ ਜੀ ਨੂੰ ਹਾਥੀ ਅੱਗੇ ਬੱਧੇ ਕੇ ਸੁੱਟਿਆ ਤੇ ਭਗਤ ਕਬੀਰ ਜੀ ਕਹਿੰਦੇ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀ। ਫਿਰ ਕਹਿਣ ਦਾ ਭਾਵ ਬੇਪਰਵਾਹ ਸਦਾ ਰੰਘਾਰ ਕੇ ਜਾਕੋ ਪਾਕ ਸੁਆਮੀ, ਜਿਹਦਾ ਪੱਖ ਮੇਰਾ ਸਤਿਗੁਰੂ ਕਰਨ ਲੱਗ ਪਏ ਉਹ ਬੇਪਰਵਾਹ ਹੋ ਜਾਂਦੇ। ਐਸੇ ਗੁਰਮੁਖ ਪਿਆਰੇ ਗੁਰਮਤੀ ਦੇਵੇ ਆਪ ਗੁਰਮੁਖ ਹਰ ਜਪਿਆ। ਗੁਰੂ ਸਾਹਿਬ ਆਪ ਗੁਰੂ ਦੀ ਮੱਤ ਮਿਲ ਗਈ ਜਦੋਂ, ਫਿਰ ਗੁਰਮੁਖਾਂ ਨੇ ਗੁਰਮੁਖ ਬਣ ਕੇ ਸਾਧ ਮੁਖੀ ਗੁਰਾਂ ਦੇ ਚਰਨਾਂ ਵਿੱਚ ਆ ਕੇ ਹਰੀ ਦਾ ਨਾਮ ਜਪਣਾ ਕੀਤਾ ਹੈ। ਸੋ ਗੁਰੂ ਪਿਆਰਿਓ, ਦਾਸ ਦੇ ਸਮੇਂ ਦੀ ਸਮਾਪਤੀ ਹੈ। ਦਾਸ ਕੋਲੋਂ ਬੇਨਤੀਆਂ ਕਰਦਿਆਂ ਨੇ ਤਰੁੱਟੀਆਂ ਰਹਿ ਜਾਂਦੀਆਂ, ਉਹਨਾਂ ਨੂੰ ਜਾਣ ਬੱਚੇ ਸਮਝ ਕੇ ਮਾਫ਼ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਦੇਵੋ ਸੱਜਣ ਸੀਸੜੀਆ ਜੋ ਹੋਵੇ ਸਾਹਿਬ ਸਿਉ ਮੇਲ, ਜੋ ਹਰ ਨਾਮ ਧਿਆਵੈ ਤਿਨ ਡਰ ਸੱਟ ਘੱਤਿਆ। ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰਯੋਗ ਗਿਆਨੀ ਜੀ ਗਿਆਨੀ ਅਮੋਲਕ ਸਿੰਘ ਜੀ